ਕਿਸਾਨਾਂ ਤੇ ਪੁਲਿਸ ਦਾ ਦਿਨ ਭਰ ਟਾਕਰਾ ਹੋਇਆ ਜੀ, ਕਾਫੀ ਜ਼ੁਲਮ ਕਿਸਾਨਾਂ ਤੇ ਹੋਇਆ। ਦੇਖੋ, ਇਹ ਨਿਸ਼ਚਿਤ ਸੀਗਾ ਕਿ ਭੇੜ ਉੱਥੇ ਪ੍ਰਵੀਨ ਜੀ ਹੋਣਾ ਹੀ ਹੋਣਾ ਹੈ ਜੀ ਇਹ ਨਿਸ਼ਚਿਤ ਸੀਗਾ ਜੀ। ਇਹ ਸਾਨੂੰ ਵੀ ਪਤਾ, ਇਹ ਕਿਸਾਨ ਆਗੂਆਂ ਨੂੰ ਵੀ ਪਤਾ ਸੀ ਤੇ ਇਹ ਜਾਣ ਵਾਲਿਆਂ ਨੂੰ ਵੀ ਪਤਾ ਸੀ, ਕਿਉਂਕਿ ਖਬਰਾਂ ਤੇ 3 ਦਿਨ ਪਹਿਲਾਂ ਹੋਣ ਡੀਆਂ ਨੇ ਜੀ। ਉਹ ਤੇ ਰਿਹਰਸਲ ਪਏ ਕਰਦੇ ਨੇ, ਉਹਨਾਂ ਦੇ ਇੱਕ ਪੁਲਿਸ ਅਫਸਰ ਦੀ ਵੀਡੀਓ ਵਾਇਰਲ ਹੁੰਦੀ ਆ ਜੀ ਕਿ ਇਹਨਾਂ ਦੇ ਡਾਂਗਾ ਸਿੱਧੀਆਂ ਨਹੀਂ ਮਾਰਨੀਆਂ, ਉਹ ਗੋਦ ਕਹਿ ਦਿੰਦੇ ਨੇ ਵੀ ਉਸ ਪਾਸਿਓਂ ਮਾਰਨੀਆਂ ਜੀ। ਤਾਂ ਮਤਲਬ ਕਿ ਸਾਫ਼ ਸੀ, ਸਪਸ਼ਟ ਸੀ, ਡਰੋਨਾਂ ਦੀ ਰਿਹਰਸਲ ਹੋ ਗਈ ਸੀ, ਸਾਰਾ ਕੁਝ ਸੀਗਾ ਵੀ ਭੇੜ ਹੋਣਾ ਹੀ ਹੋਣਾ। ਜੀ ਜੀ। ਹੁਣ ਸਵਾਲ ਇਹ ਸੀਗਾ ਕਿ ਉਸ ਭੇੜ ਦੇ ਵਿੱਚੋਂ ਬਈ ਕੋਈ ਨੁਕਸਾਨ ਤੇ ਨਹੀਂ ਨਿਕਲਦਾ, ਇਹ ਧੁੜਕੂ ਸੀਗਾ। ਜਦੋਂ ਪਿਛਲੀ ਵਾਰੀ ਗਏ ਸਨ ਦਿੱਲੀ, ਉਦੋਂ ਵੀ ਕੋਈ ਰੈੱਡ ਕਾਰਪੇਟ ਨਹੀਂ ਸੀ ਵਿਛਿਆ, ਉਸ ਵੇਲੇ ਵੀ ਭੇੜ ਚੋਂ ਨਿਕਲ ਕੇ ਹੀ ਗਏ ਸਨ ਕਿਸਾਨ ਜੀ। ਐਤਕੀ ਇਹਨਾਂ ਨੇ ਬੰਦੋਬਸਤ ਜਿਹੜੇ ਆ ਉਹ ਪਹਿਲਾਂ ਕਰ ਲਿਆ ਤੇ ਇਹ ਤੈਅ ਸੀ ਕਿ ਭੇੜ ਵੱਡਾ ਹੋਏਗਾ। ਤਾਂ ਭੇੜ ਵੱਡਾ ਹੋਇਆ ਤੇ ਇਹਦੇ ਵਿੱਚ ਹੁਣ ਤੱਕ ਯਾਨੀ 6:45 ਤੱਕ 7 ਤੱਕ ਮੈਂ ਜਿੰਨੀ ਕੁ ਉੱਥੋਂ ਜਾਣਕਾਰੀ ਪ੍ਰਾਪਤ ਕਰ ਸਕਿਆ, ਵੈਸੇ ਜਿਹਦੇ ਤੋਂ ਮੈਂ ਲਾਸਟ ਵਾਰੀ ਜਾਣਕਾਰੀ ਪ੍ਰਾਪਤ ਕੀਤੀ ਹੈ ਹੁਣ ਤੋਂ 20 ਕੁ ਮਿੰਟ ਪਹਿਲਾਂ, ਉਹ ਖੁਦ ਸੱਜਣ ਉੱਥੇ ਸਨ ਤੇ ਉਹਨਾਂ ਦਾ ਪਿੰਡ ਪਟਿਆਲੇ ਦੇ ਵਿੱਚ ਹੀ ਵਾਪਸ ਆ ਗਏ ਸ਼ੰਭੂ ਤੋਂ ਘਰੇ। ਤੇ ਉਹ ਸੱਜਣ ਕਾਫੀ ਇਮੋਸ਼ਨਲ ਸਨ, ਸਨੇ ਬੰਦੇ ਇਮੋਸ਼ਨਲ ਨੇ ਸਾਡੇ ਮਿੱਤਰੋ, ਤੇ ਕਾਫੀ ਮਤਲਬ ਕਿ ਕੋਸ ਰਹੇ ਸਨ ਕਿ ਸਾਡੇ ਕੋਲ ਕੋਈ ਤਗੜਾ ਆਗੂ ਨਹੀਂ ਹੈ। ਚਲੋ ਉਹ ਜਜ਼ਬਾਤ ਹੁੰਦੇ ਨੇ। ਖੈਰ, ਮਤਲਬ ਕਿ 7 ਵਜੇ ਤੱਕ ਹਿਸਾਬ ਲਾ ਲਓ ਕਿ ਉੱਥੇ ਜਾ ਕੇ ਫਿਰ ਇੱਕ ਤਰ੍ਹਾਂ ਨਾਲ ਸੀਜ਼ ਫਾਇਰ ਹੁੰਦਾ ਹੈ। 11 ਵਜੇ ਪਹਿਲਾਂ ਉਹਨਾਂ ਨੇ ਅਥਰੂ ਗੋਲਾ ਸੁੱਟ ਦਿੱਤਾ ਸੀਗਾ। ਠੀਕ ਹੈ ਜੀ। 11 ਤੋਂ 6, 6:30 ਤੱਕ ਇਹ ਕੰਮ ਚੱਲਦਾ ਰਿਹਾ। ਇਹਦੇ ਵਿੱਚ ਜਿੱਤ ਕੋਈ ਵੀ ਨਹੀਂ ਕਹਿ ਸਕਦਾ ਕਿ ਹਾਂ ਮੈਂ ਜਿੱਤ ਗਿਆ, ਪਰ ਗੱਲ ਇਹ ਆ ਕਿ ਕਿਸਾਨ ਇੰਨੇ ਗੋਲਿਆਂ 'ਚ ਵਰਦਿਆਂ 'ਚ ਰੁਕੇ ਰਹੇ ਉੱਥੇ, ਲਾਠੀਆਂ ਗੋਲੀਆਂ ਪਤਾ ਨਹੀਂ ਕੀ ਕੁਛ ਹੋ ਰਿਹਾ, ਪਰ ਉਹ ਉੱਥੇ ਹਾਲੇ ਵੀ ਮੌਜੂਦ ਹੈ ਕਿ ਕੋਈ ਨਾ ਕੱਲ ਸਹੀ। ਪੁਰਾਣੇ ਸਮਿਆਂ ਦੇ ਵਿੱਚ ਵੀ ਤੇ ਦਿਨ ਢਲਦਿਆਂ ਯੁੱਧ ਬੰਦ ਹੋ ਜਾਂਦੇ ਸਨ ਜੀ, ਤੇ ਸਵੇਰੇ ਫੇਰ ਯੁੱਧ ਨਾਦ ਹੋ ਜਾਂਦਾ। ਇਹ ਕਿਸਾਨ ਰਾਤ ਨੂੰ ਆਪਦਾ ਲੰਗਰ ਪਾਣੀ ਛਕਣਗੇ, ਉੱਥੇ ਹੀ ਪੈਣਗੇ, ਸਵੇਰੇ ਫੇਰ ਹੱਲਾ ਹੋਏਗਾ। ਜੀ ਜੀ। ਹੁਣ ਇਹ ਆ ਕਿ ਰਾਤੋਂ ਰਾਤ ਉਹਨਾਂ ਨੇ ਵੀ ਬੰਦੋਬਸਤ ਉਸ ਹਿਸਾਬ ਦੇ ਕਰਨੇ ਆ, ਤੇ ਇਹਨਾਂ ਨੇ ਵੀ ਹੋ ਸਕਦਾ ਹੈ ਕਿ ਪਿੱਛੋਂ ਹੋਰ ਨਫਰੀ ਮੰਗਾ ਕੇ ਤੇ ਆਪਣੀ ਤਾਕਤ ਜਿਹੜੀ ਆ ਰਾਤ ਨੂੰ ਦੁੱਗਣੀ ਕਰਨ ਦਾ ਯਤਨ ਕਰਨਾ। ਯਾਨੀ ਦੋਹਾਂ ਪਾਸਿਆਂ ਤੋਂ ਹੀ ਇਹ ਕਹਿ ਲਓ ਕਿ ਪੂਰਾ ਜ਼ੋਰ ਲੱਗਾ ਪਿਆ, ਪਟਾਲਾ ਜ਼ੋਰ ਲੱਗਾ ਪਿਆ। ਉਹ ਕਹਿੰਦੇ ਆ ਕਿ ਅੱਗੇ ਨਹੀਂ ਆਉਣ ਦੇਣਾ, ਇਹ ਕਹਿੰਦੇ ਆ ਕਿ ਜਾਣਾ ਹੀ ਜਾਣਾ, ਦਿੱਲੀ ਪਹੁੰਚਣਾ ਹੀ ਪਹੁੰਚਣਾ। ਤਾਂ ਹੁਣ ਇਹ ਸਾਰੀ ਸੂਰਤ ਹਾਲ ਆ। ਦੂਜੇ ਪਾਸੇ ਆਈਏ ਤਾਂ ਦੇਖੋ, ਹਰਿਆਣਾ ਜੋ ਇਹ ਕਰਦਾ ਪਿਆ, ਮੇਰੀ ਨਜ਼ਰ 'ਚ ਹਰਿਆਣਾ ਨਹੀਂ ਕਰਦਾ। ਤੁਸੀਂ ਅੱਗੇ ਪ੍ਰੋਗਰਾਮ ਸ਼ੁਰੂ ਤੋਂ ਪਹਿਲਾਂ ਵੀ ਤੁਸੀਂ ਬੋਲ ਰਹੇ ਸੀਗੇ ਕਿ ਹਰਿਆਣਾ, ਮੈਂ ਕਹਿੰਦਾ ਇਹ ਹਰਿਆਣਾ ਤੇ ਇੱਕ ਟੂਲ ਹੈ ਇਸ ਟਾਈਮ, ਇਹ ਸਿੱਧਾ ਕੇਂਦਰ ਕਰ ਰਿਹਾ ਜੀ ਉੱਥੇ ਡਰੋਨਾਂ ਦੀ ਯੂਜ਼ਿੰਗ, ਏਦਾਂ ਜਿਵੇਂ ਪੰਜਾਬ ਦੇ ਅਧਿਕਾਰ ਖੇਤਰ 'ਚ ਵੀ ਹੋ ਗਈ ਆ। ਨੀਮ ਫੌਜੀ ਦਸਤਿਆਂ ਦਾ 3 ਦਿਨ 4 ਦਿਨ ਪਹਿਲਾਂ ਆ ਕੇ ਨਾਕਿਆਂ ਤੇ ਖਲੋ ਜਾਣਾ, ਤੁਹਾਨੂੰ ਕੀ ਲੱਗਦਾ? ਇਹ ਕੇਂਦਰੀ ਗ੍ਰਹਿ ਮੰਤਰਾਲੇ ਦਾ ਕੰਮ ਹੈ ਸਾਰਾ ਜੀ। ਤੇ ਤੁਹਾਨੂੰ ਇੱਕ ਚੀਜ਼ ਹੋਰ ਦੱਸਾਂ ਜੀ, ਕਿਸਾਨ ਅੱਜ ਜੇ ਬੈਰੀਕੇਡ ਪੂਰੇ ਦੇ ਪੂਰੇ ਨਹੀਂ ਤੋੜ ਸਕੇ ਤੇ ਉਹਦੇ 'ਚ ਗੇਮ ਚੇਂਜਰ ਪਤਾ ਕੀ ਸੀ? ਡਰੋਨ। ਕਿਉਂਕਿ ਕਿਸਾਨਾਂ ਨੂੰ ਦੂਜੀਆਂ ਸਾਰੀਆਂ ਚੀਜ਼ਾਂ ਦਾ ਪਤਾ ਹੈ ਕਿ ਕਿਸ ਤਰ੍ਹਾਂ ਕੀ ਹੋਣਾ, ਕਿਸ ਤਰ੍ਹਾਂ ਅਸੀਂ ਕੀ ਕਰਨਾ, ਪਰ ਇਹਨਾਂ ਲਈ ਡਰੋਨ ਅਣਕਿਆਸਿਆ ਸੀ। ਉਹਦਾ ਤੋੜ ਨਹੀਂ ਸੀ, ਤੋੜ ਨਹੀਂ ਸੀ। ਉਹ ਉੱਤੋਂ ਗੋਲਾ ਸੁੱਟਦੇ ਨੇ, ਜਿੱਥੇ ਭੀੜ ਇਕੱਠੀ ਹੁੰਦੀ ਹੈ ਉੱਥੇ ਗੋਲਾ ਸੁੱਟ ਦਿੰਦੇ ਨੇ। ਹੁਣ ਡਰੋਨ ਨੂੰ ਜੇ ਕੱਲ ਨੂੰ ਸ਼ੂਟ ਕਰੋਗੇ ਤਾਂ ਤਦ ਵੀ ਪਰਚਾ ਜੀ। ਤਾਂ ਮਤਲਬ ਕਿ ਇਹ ਅਸਲ ਦੇ ਵਿੱਚ ਉਹਨਾਂ ਵਾਸਤੇ ਗੇਮ ਚੇਂਜਰ ਸਾਬਤ ਹੋਇਆ ਡਰੋਨ। ਉਹਨਾਂ ਨੇ ਪਹਿਲਾਂ ਹੀ ਡਰੋਨ ਰਿਹਰਸਲ ਕਰ ਰੱਖੀ ਸੀਗੀ। ਇਹਨਾਂ ਨੇ ਇਹ ਸਮਝਿਆ ਕਿ ਜਿਹੜੇ ਡਰੋਨ ਨੇ ਸ਼ਾਇਦ ਮਤਲਬ ਕਿ ਸਾਡੀਆਂ ਫੋਟੋ ਫਾਟੋ ਖਿੱਚਣ ਲਈ, ਵੀਡੀਓ ਬਣਾਉਣ ਲਈ
ਉਹਦੇ ਵਾਸਤੇ ਸ਼ਾਇਦ ਕੰਮ ਲੈਣਗੇ। ਇਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਉਹ ਉੱਤੋਂ ਡ੍ਰੌਪ ਕਰਨਗੇ ਗੋਲੇ। ਜੀ। ਇਸ ਕਰਕੇ ਜਿੰਨਾ ਕੁ ਮੈਂ ਤੱਤ ਕੱਢਿਆ, ਸਵੇਰ ਤੋਂ ਲੱਗੇ ਹੋਏ ਆ, ਜਿੰਨਾ ਕੁ ਮੈਂ ਤੱਤ ਕੱਢਿਆ ਕਿ ਅਸਲ ਦੇ ਵਿੱਚ ਇਹ ਕਿਤੇ ਨਾ ਕਿਤੇ ਅਣਕਿਆਸਿਆ ਸੀ ਇਹਨਾਂ ਵਾਸਤੇ, ਕਿਸਾਨਾਂ ਵਾਸਤੇ। ਹੁਣ ਇਸ ਤੋਂ ਇਲਾਵਾ ਜੇ ਆਪਾਂ ਦੂਜੇ ਪੱਖ ਕੁਝ ਵਿਚਾਰੀਏ ਤਾਂ ਉਹਦੇ ਵਿੱਚ ਹੈ ਕਿ ਹਾਈ ਕੋਰਟ 'ਚ ਵੀ ਮਾਮਲਾ ਗਿਆ ਤੇ ਅਜੇ ਸੁਪਰੀਮ ਕੋਰਟ 'ਚ ਵੀ ਪਹੁੰਚਿਆ। ਜੀ। ਹਾਈ ਕੋਰਟ ਨੇ ਮਤਲਬ ਕਿ ਦੋਵਾਂ ਧਿਰਾਂ ਨੂੰ ਆਖਿਆ ਕਿ ਵਿਚਾਲੜਾ ਰਸਤਾ ਕੱਢੋ, ਤੇ ਸੁਪਰੀਮ ਕੋਰਟ 'ਚ ਜਿਹੜੇ ਉੱਥੋਂ ਦੇ ਬਾਰ ਵਾਲੇ ਆ, ਉਹੀ ਪ੍ਰੈਜ਼ੀਡੈਂਟ ਸਾਹਿਬ ਗਏ ਤਾਂ ਉੱਥੇ ਵੀ ਸੁਪਰੀਮ ਕੋਰਟ ਨੇ ਸਵੈ ਨੋਟਿਸ ਨਹੀਂ ਲਿਆ। ਜੀ। ਮਤਲਬ ਇਹ ਕਿਹਾ ਕਿ ਕੋਈ ਗੱਲ ਨਹੀਂ, ਜੇ ਤੁਹਾਡਾ ਜਨ ਜੀਵਨ ਪ੍ਰਭਾਵਿਤ ਹੋਏਗਾ ਕਿਸਾਨਾਂ ਦੇ ਇੱਥੇ ਆਉਣ ਦੇ ਨਾਲ ਤਾਂ ਕੋਈ ਗੱਲ ਨਹੀਂ, ਆਪਾਂ ਐਡਜਸਟਮੈਂਟ ਕਰ ਲਵਾਂਗੇ। ਇਹ ਦੁਪਹਿਰ ਵੇਲੇ ਚਲੋ ਕਾਨੂੰਨੀ ਲੜਾਈ ਵੀ ਜਿਹੜੀ ਹੈ ਉਹ ਨਾਲੋਂ ਨਾਲ ਵੇਖਣ ਨੂੰ ਮਿਲੀ। ਇਸ ਤੋਂ ਇਲਾਵਾ ਹਰਿਆਣੇ ਦੇ ਮੰਤਰੀ ਜਿਹੜੇ ਆ ਉਹ ਇੱਕੋ ਗੱਲ ਤੇ ਅੜੇ ਪਏ ਨੇ ਕਿ ਇਹ ਅੰਦੋਲਨ ਜਿਹੜਾ ਹੈ ਗੈਰ ਮਨਜ਼ੂਰੀ ਸ਼ੁਦਾ ਹੈ, ਇਹਦੀ ਮਨਜ਼ੂਰੀ ਨਹੀਂ ਲਈ ਗਈ, ਸੋ ਕਿਸੇ ਨੂੰ ਕਾਨੂੰਨ ਅਸੀਂ ਹੱਥ 'ਚ ਲੈਣ ਨਹੀਂ ਦੇਣਾ। ਠੀਕ ਹੈ। ਇਦੋਂ ਸਾਡੇ ਪੰਜਾਬ ਦੇ ਵਿੱਚੋਂ ਕੰਮ ਖੁੱਲਾ ਹੀ ਆ। ਰਾਜਾ ਵੜਿੰਗ ਨੇ ਕਿਹਾ ਕਿ ਦੇਖੋ ਇਹ ਕਿਸਾਨਾਂ ਦਾ ਸੰਘਰਸ਼ ਆ, ਅਸੀਂ ਸਿੱਧੇ ਤੇ ਸ਼ਾਮਲ ਨਹੀਂ ਹੋ ਸਕਦੇ, ਪਰ ਉਹਨਾਂ ਨੇ ਨੰਬਰ ਜਾਰੀ ਕਰ ਦਿੱਤਾ ਕਿ ਜੇ ਕਿਸਾਨ ਸੰਘਰਸ਼ ਨੂੰ ਕਿਸੇ ਕਿਸਮ ਦੀ ਕੋਈ ਕਾਨੂੰਨੀ ਸਹਾਇਤਾ ਦੀ ਲੋੜ ਪੈਂਦੀ ਤੇ ਆਪਾਂ ਹਾਜ਼ਰ ਹਾਂ। ਠੀਕ ਹੈ। ਸੁਖਪਾਲ ਖਹਿਰਾ ਵੀ ਮੈਦਾਨ 'ਚ ਆ ਗਏ ਤੇ ਕਮਾਲ ਦੀ ਗੱਲ ਹੈ ਕਿ ਸ਼ਾਮ ਤੱਕ ਅਕਾਲੀ ਦਲ ਦਾ ਵੀ ਬਿਆਨ ਆ ਗਿਆ। ਆਮ ਆਦਮੀ ਪਾਰਟੀ ਨੇ ਤੇ ਪ੍ਰੈਸ ਰਿਲੀਜ਼ ਹੀ ਕਰ ਦਿੱਤਾ ਅੱਜ ਜੀ ਕਿ ਅਸੀਂ ਠੋਕਵਾਂ ਮਤਲਬ ਕਿ ਜੀ ਸਾਥ ਦੇਵਾਂਗੇ। ਤੇ ਇਹ ਤਾਂ ਵੈਸੇ ਤੁਹਾਨੂੰ ਪਤਾ ਹੀ ਆ, ਮੈਂ ਉਦੋਂ ਤੁਹਾਨੂੰ ਗੱਦੇ ਵਿਛਾਉਂਦਾ ਵਿਖਾਇਆ ਸੀ ਨਾ ਚੱਡਾ ਸਾਹਿਬ, ਤੇ ਬਾਅਦ ਦੇ ਵਿੱਚ ਉਹ ਵੇਖ ਲਓ ਆ ਕੇ ਮਿੰਨੀ ਸੀਐਮ ਬਣ ਗਿਆ। ਉੱਥੇ ਯਾਦ ਹੈ ਨਾ ਜਿੱਥੇ ਪੰਧੇਰ ਹੋਰੀ ਜਾ ਕੇ ਬੈਠੇ ਸੀ ਸਿੰਘੂ ਬਾਰਡਰ ਦੇ ਪਿਛਲੇ ਪਾਸੇ ਤੇ ਗੱਦੇ ਵਿਛਾਉਂਦੇ ਪਏ ਸੀ, ਮੈਂ ਤੁਹਾਨੂੰ ਦੱਸਿਆ ਉਹ ਬੈਠ ਫਿਰਦੇ ਆ। ਉਹ ਕਹਿਣ ਦਾ ਮਤਲਬ ਇਹ ਆ ਕਿ ਇਹ ਸਾਰਾ ਕੁਝ ਉਹੀ ਆ, ਇਹ ਸਭ ਕੁਝ ਉਹੀ ਆ ਬਿਲਕੁਲ। ਮਤਲਬ ਕਿ ਸਿਆਸਤਦਾਨ ਜਿਹੜੇ ਆ ਉਹ ਆਪਣੇ ਹਿਸਾਬ ਕਿਤਾਬ ਨਾਲ ਚੱਲਦੇ ਆ। ਚਲੋ ਇਹ ਸਾਰੀਆਂ ਗਤੀਵਿਧੀਆਂ ਚੱਲਦੀਆਂ ਗਈਆਂ। ਸ਼ਾਮ ਨੂੰ ਜਦੋਂ ਹੁਣ ਇਹਨਾਂ ਨੇ ਬਾਈਟਾਂ ਦਿੱਤੀਆਂ ਨੇ ਸਰਵਣ ਪੰਧੇਰ ਹੋਰੀ ਤੇ ਡੱਲੇਵਾਲ, ਕਿਉਂਕਿ ਦੋ ਹੀ ਆਗੂ ਲੀਡ ਕਰ ਲਿਆ। ਇਸ ਚੀਜ਼ ਨੂੰ ਨੋਟ ਕਰ ਲਿਓ ਕਿ ਇਹ ਦੋ ਹੀ ਆਗੂ ਲੀਡ ਕਰ ਰਹੇ ਨੇ ਮੇਨਲੀ। ਰਾਜੇਵਾਲ ਇਹਦੇ 'ਚ ਨਹੀਂ ਹੈ, ਦਰਸ਼ਨਪਾਲ ਇਹਦੇ 'ਚ ਕਿਤੇ ਨਜ਼ਰ ਨਹੀਂ ਆਏਗਾ, ਜੋਗਿੰਦਰ ਉਗਰਾਹਾਂ ਕਿਤੇ ਨਜ਼ਰ ਨਹੀਂ ਆਏਗਾ, ਲੱਖੋਵਾਲ ਕਿਤੇ ਨਜ਼ਰ ਨਹੀਂ ਆਏਗਾ। ਤਾਂ ਮਤਲਬ ਕਿ ਇਹ ਦੋ ਹੀ ਲੀਡਰ ਨੇ। ਹਾਲਾਂਕਿ ਜਥੇਬੰਦੀਆਂ ਹੋਰ ਸਾਥ ਦੇ ਰਹੀਆਂ ਨੇ, ਇਹਦੇ 'ਚ ਕੋਈ ਸ਼ੱਕ ਨਹੀਂ, ਕੋਈ ਦੋਰਾ ਨਹੀਂ ਹੈ, ਪਰ ਇਹ ਦੋ ਹੀ ਨੇ। ਇਹਨਾਂ ਦੋਨਾਂ ਦੇ ਜਿਹੜੇ ਬਿਆਨ ਸੁਣੇ ਨੇ ਮੈਂ, ਉਹ ਮਤਲਬ ਕਿ ਇਹ ਗੱਲ ਕਹਿੰਦੇ ਆ ਕਿ ਅਲਟੀਮੇਟਲੀ 100 ਦੇ ਕਰੀਬ ਕਿਸਾਨ ਜ਼ਖਮੀ ਹੋਇਆ। 100 ਦੇ ਕਰੀਬ। ਇੱਕ ਮੈਂ ਹੁਣੇ ਕੈਨੇਡਾ ਰਹਿੰਦਾ ਇੱਕ ਸੱਜਣ, ਉਹਦਾ ਮੈਂ ਪੋਸਟ ਪੜ੍ਹ ਰਿਹਾ ਸੀ ਕਿ 4 ਬੰਦੇ ਮਰ ਗਏ ਨੇ। ਅੱਛਾ। ਇਹ ਤੁਹਾਨੂੰ ਮੈਂ ਜਿਹੜੇ ਤੁਸੀਂ ਉੱਧਰ ਕੰਮ ਕਰਦੇ ਜੇ ਮੀਡੀਆ ਕਰਮੀ, ਉਹਨਾਂ ਨੂੰ ਵੀ ਆਗਾਹ ਕਰ ਦੇਵਾਂ ਤੇ ਜਿਹੜੀ ਆਡੀਅנס ਉਹਨਾਂ ਨੂੰ ਵੀ ਕਰ ਦੇਵਾਂ ਕਿ ਇੱਥੇ ਮੈਂ ਸਿਆਣੇ ਬਿਆਣੇ ਬੰਦੇ ਵੇਖਿਆ, ਮੀਡੀਆ ਕਰਮੀ ਵੀ ਵੇਖਿਆ ਜਿਹੜੇ 2021 ਦੀਆਂ ਫੋਟੋਆਂ ਸ਼ੇਅਰ ਕਰੀ ਜਾਂਦੇ ਆ ਪੁਰਾਣੀਆਂ ਵੀ, ਜੋ ਵੈਰੀਕੇਡਿੰਗ। ਸੋ ਇਸ ਕਰਕੇ ਜੋ ਵੀ ਜਾਣਕਾਰੀ ਜਿਹੜੀ ਸ਼ੇਅਰ ਕਰਨੀ ਆ ਉਹ ਆਪ ਦਾ ਪਹਿਲਾਂ ਸੋਚ ਵਿਚਾਰ ਕੇ। ਹਾਲ ਦੀ ਘੜੀ ਕਿਸੇ ਇੱਕ ਵੀ ਮੌਤ ਦੀ ਪੁਸ਼ਟੀ ਨਹੀਂ। ਮੈਂ ਜਿਵੇਂ ਤੁਹਾਨੂੰ ਦੱਸਿਆ ਮੇਰੇ ਖੁਦ ਦੇ ਮਿੱਤਰ, ਚਾਹੇ ਉਹ ਮੀਡੀਆ 'ਚ ਹੋਣ, ਚਾਹੇ ਕਿਸਾਨੀ ਜਥੇਬੰਦੀਆਂ 'ਚ ਹੋਣ, ਨਾਲ ਨੇ। ਸੋ ਜ਼ਖਮੀ ਹੋਏ ਨੇ, ਕਿਸੇ ਦੇ ਮਤਲਬ ਕਿ ਪਿੰਜਣ ਕੋਲ ਵੱਜਾ ਆ ਕੇ ਸ਼ੈਲ, ਕਿਸੇ ਦੇ ਸਿਰ ਤੇ। ਦੋ ਮੀਡੀਆ ਕਰਮੀ ਵੀ ਜ਼ਖਮੀ ਹੋਏ ਨੇ ਅੱਜ। ਇੱਕ ਦਾ ਸਿਰ ਪਾੜ ਗਿਆ, ਇੱਕ ਆਜ ਤੱਕ ਦਾ ਰਿਪੋਰਟਰ ਜਿਹੜਾ ਉਹ ਹਸਪਤਾਲ ਦੇ ਵਿੱਚ ਆ। ਯਾਨੀ ਜ਼ਖਮੀਆਂ ਦੀ ਗਿਣਤੀ ਹੁਣ ਤੱਕ ਜਿਹੜੀ ਲਾਈ ਗਈ ਆ, ਇਹ ਮੈਂ ਕਿਸਾਨਾਂ ਦਾ ਜਿਹੜਾ ਆਫੀਸ਼ੀਅਲੀ ਬਿਆਨ ਆ ਉਹਦੇ ਆਧਾਰ ਤੇ ਕਹਿ ਰਿਹਾ ਵਾਂ ਕਿ 100 ਦੇ ਕਰੀਬ ਫੱਟੜ ਇਹ ਹੋਏ ਨੇ। ਹੁਣ ਪੁਲਿਸ ਜਿਹੜੀ ਆ ਉਧਰ ਜੇ ਤੁਸੀਂ ਦੇਖੋਗੇ ਐਂਬੂਲੈਂਸ ਉੱਥੇ ਵੀ ਆਈ ਇੱਕ ਦੋ, ਕਿਉਂਕਿ 2 ਬਾਰਡਰ ਹੋ ਗਏ ਨਾ, ਖਨੌਰੀ ਵਾਲਾ ਵੀ ਤੇ ਦੂਸਰੇ ਪਾਸੇ ਸ਼ੰਭੂ ਵਾਲਾ ਵੀ। ਖਨੌਰੀ 'ਚ ਵੀ ਅੱਜ ਲਾਠੀ ਚਾਰਜ ਹੋਇਆ, ਬੜਾ ਭਿਆਨਕ ਉੱਥੇ ਵੀ ਭੇੜ ਵੇਖਣ ਨੂੰ ਮਿਲਿਆ। ਖਨੌਰੀ ਬਾਰਡਰ ਜਿਹੜਾ ਹੈ ਉਹ ਆ ਜਾਂਦਾ ਭਗਵੰਤ ਮਾਨ ਦੇ ਪਿੰਡ ਦੇ ਉਤਲੇ ਪਾਸੇ, ਇਹ ਏਰੀਆ ਆ ਜਾਂਦਾ ਇਹਨਾਂ ਦਾ, ਹਰਿਆਣੇ ਵਾਲੀ ਸਾਈਡ ਗਾਂ ਜਾ ਕੇ। ਤੇ ਉਹ ਸੜਕ ਜਿਹੜੀ ਹੈ ਪਾਤੜਾ ਖਨੌਰੀ ਇੱਧਰ ਨੂੰ ਚਲੇ ਜਾਂਦੀ ਹੈ।
ਹਾਲਾਂਕਿ ਉਧਰੋਂ ਪਿੰਡਾਂ ਚੋਂ ਕਿਸਾਨ ਵੀ ਤੁਰੇ ਸਨ ਕਿ ਅਸੀਂ ਪੰਜਾਬ ਦੇ ਕਿਸਾਨਾਂ ਨੂੰ ਲੈ ਆਈਏ, ਪਰ ਉਧਰ ਫੌ ਨਹੀਂ ਪਿਆ, ਤੁਹਾਨੂੰ ਪਤਾ ਹੀ ਆ। ਹਾਲਾਂਕਿ ਕਿਸਾਨ ਉੱਥੋਂ ਨਿਕਲੇ ਆ, ਉਹ ਵੀ ਆਰਗੇਨਾਈਜ਼ਡ ਕਰ ਰਹੇ ਨੇ ਆਪਣੇ ਆਪ ਨੂੰ, ਸੰਗਠਿਤ ਕਰ ਰਹੇ ਨੇ। ਕੱਲ ਨੂੰ ਹੋ ਸਕਦਾ ਹੈ ਜਾਂ ਰਾਤੋਂ ਰਾਤ ਹੋ ਸਕਦਾ ਹੈ ਕਿ ਉਧਰੋਂ ਲਾਗਲੇ ਪਿੰਡਾਂ ਚ, ਕਿਉਂਕਿ ਉਧਰ ਇੰਟਰਨੈਟ ਬੰਦ ਹੈ, ਸਾਰਾ ਕੁਝ ਇਹਨਾਂ ਨੇ ਬਿਲਕੁਲ ਬਲੌਕ ਕਰ ਰੱਖਿਆ ਉਧਰ, ਤੇ 5-6 ਜ਼ਿਲ੍ਹਿਆਂ ਚ ਕਰਫਿਊ ਵਾਲੀ ਸਥਿਤੀ ਹੈ ਇੱਕ ਤਰ੍ਹਾਂ ਨਾਲ। ਤੇ ਹੋ ਸਕਦਾ ਹੈ ਕਿ ਉਹ ਵੱਡਾ ਇਕੱਠ ਮਾਰ ਕੇ ਉਹ ਇੱਧਰ ਨੂੰ ਆ ਜਾਣ, ਇਧਰੋਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਗਿਣਤੀ ਵੱਧ ਜਾਵੇ। ਹੋ ਸਕਦਾ ਕੱਲ ਨੂੰ ਜਿਹੜਾ ਦ੍ਰਿਸ਼ ਬਿਲਕੁਲ ਬਦਲ ਜਾਵੇ। ਤਾਂ ਆਪਾਂ ਗੱਲ ਕਰ ਰਹੇ ਸੀਗੇ ਜ਼ਖਮੀਆਂ ਦੀ, ਤਾਂ ਜ਼ਖਮੀਆਂ ਦੀ ਤਾਦਾਦ ਜਿਹੜੀ ਆ ਉਹ ਥੋੜਾ ਸਮਾਂ ਪਹਿਲਾਂ ਹੀ ਕਿਸਾਨ ਆਗੂਆਂ ਨੇ ਦੱਸੀ ਹੈ ਕਿ 100 ਦੇ ਕਰੀਬ ਆ। ਕੁਝ ਨੂੰ ਹਸਪਤਾਲ 'ਚ ਵੀ ਪਹੁੰਚਾਇਆ ਗਿਆ ਜੀ, ਤੇ ਪੰਜਾਬ ਸਰਕਾਰ ਨੇ ਵੀ ਜਿਹੜੇ ਨੇੜਲੇ ਹਸਪਤਾਲ ਹੈ ਉਹਨਾਂ ਨੂੰ ਅਲਰਟ ਤੇ ਰਹਿਣ ਵਾਸਤੇ ਕਿਹਾ। ਇਹਦਾ ਮਤਲਬ ਹੈ ਕਿ ਇਹ ਸਾਫ਼ ਹੈ, ਸਪਸ਼ਟ ਹੈ ਕਿ ਇੱਕ ਤੇ ਜ਼ਖਮੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ, ਕਿਉਂਕਿ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ 11 ਵਜੇ ਮੈਂ ਪਹਿਲਾਂ ਵੇਖਿਆ ਸੀ, 11 ਸਵਾ 11 ਇਹ ਜਦੋਂ ਅੱਥੂ ਗੋਲਾ ਚੱਲਿਆ, ਉਸ ਤੋਂ ਬਾਅਦ 6 ਤੱਕ ਇਹ ਕੰਮ ਚੱਲਦਾ ਰਿਹਾ। ਅੰਦਾਜ਼ਾ ਲਾ ਲਓ ਕਿ ਉਹਨਾਂ ਨੇ ਕਿੰਨਾ ਇਹ ਸਾਰਾ ਕੁਝ ਜਮ੍ਹਾਂ ਕੀਤਾ ਹੋਇਆ ਸੀਗਾ, ਜੋ ਅਸਲਾ ਬਰੂਦ ਜੋ ਵੀ ਉਹਨਾਂ ਨੇ ਚਲਾਉਣਾ ਹੈ, ਜੋ ਵੀ ਸਮਾਨ ਇਸਤੇਮਾਲ ਕਰਨਾ, ਕਿੰਨਾ ਜਮ੍ਹਾਂ ਕੀਤਾ। ਰਾਤ ਨੂੰ ਹੋਰ ਆ ਜਾਏਗਾ ਜੀ। ਇਹਦਾ ਮਤਲਬ ਹੈ ਕਿ ਕੱਲ ਨੂੰ ਵੀ ਇਹ ਭੇੜ ਜਿਹੜਾ ਜਾਰੀ ਰਹੇਗਾ। ਮੈਂ ਦੋ ਗੱਲਾਂ ਦੀ ਕਿਤੇ ਨਾ ਕਿਤੇ ਕਹਿ ਲਓ ਕਿ ਆਪਣੀ ਤੌਫੀਕ ਦੇ ਅਨੁਸਾਰ ਨਾ ਇਹ ਦੋ ਗੱਲਾਂ ਦੀ ਪੇਸ਼ੀਨਗੋਈ ਕੀਤੀ ਸੀ। ਇੱਕ ਕਿ ਐਮਐਸਪੀ ਤੇ ਸਹਿਮਤੀ ਨਹੀਂ ਬਣੇਗੀ ਜੀ, ਵੀ ਯਾਨੀ ਐਮਐਸਪੀ ਤੇ ਸਹਿਮਤੀ ਨਹੀਂ ਬਣਨੀ, ਕਰਜ਼ੇ ਤੇ ਸਹਿਮਤੀ ਨਹੀਂ ਬਣਨੀ। ਇਹ ਚੀਜ਼ ਸੱਚ ਆ। ਕਿਸਾਨ ਆਗੂਆਂ ਨੇ ਕੱਲ ਮੀਟਿੰਗ ਚੋਂ ਬਾਹਰ ਨਿਕਲ ਕੇ ਇਹੋ ਹੀ ਗੱਲਾਂ ਕਿਹਾ ਕਿ ਬਾਕੀ ਤੋਂ ਮੰਨਦੇ ਆ ਆਹ ਦੋ ਤਿੰਨ ਸਮੱਸਿਆਵਾਂ ਨੇ, ਇਹਨਾਂ ਦਾ ਕੋਈ ਹੱਲ ਨਹੀਂ, ਕਿਉਂਕਿ ਇਹ ਸਹਿਮਤੀ ਪ੍ਰਵੀਨ ਜੀ ਬਣਾਉਣੀ ਬਹੁਤ ਔਖੀ ਹੈ। ਤੇ ਦੂਜੇ ਪਾਸੇ ਦੁਨੀਆ ਦੀਆਂ ਤਾਕਤਾਂ ਖਲੋਤੀਆਂ ਨੇ, ਉਹ ਨਹੀਂ ਕਰਨ ਦੇਣਗੀਆਂ, ਚਾਹ ਕੇ ਵੀ ਨਹੀਂ ਸਰਕਾਰ ਕਰ ਸਕਦੀ। ਉਹਦੇ ਲਈ ਤੁਹਾਨੂੰ WTO ਛੱਡਣਾ ਪਵੇਗਾ, WTO ਛੱਡਣਾ ਪਏਗਾ ਜੀ, ਕਿਉਂਕਿ ਤੁਸੀਂ ਸਬਸਿਡਾਈਜ਼ ਨਹੀਂ ਕਰ ਸਕਦੇ ਕਿਸਾਨਾਂ ਨੂੰ। MSP ਵੀ ਸਬਸਿਡੀ ਗਿਣੀ ਜਾਂਦੀ ਹੈ ਇੱਕ ਤਰ੍ਹਾਂ ਨਾਲ, ਕਿਉਂਕਿ ਉਹ ਖੁੱਲੇ ਮੁਕਾਬਲੇ ਨੂੰ, ਜੋ ਮੰਡੀ ਦਾ ਮੁਕਾਬਲਾ ਹੈ, ਉਹਨਾਂ ਦੀ ਨਜ਼ਰ ਦੇ ਵਿੱਚ ਉਹਨੂੰ ਕਾਟ ਕਰਦੀ ਆ। ਸੋ ਇਸ ਕਰਕੇ ਦੂਜਾ ਮੇਰਾ ਇਹੀ ਸੀ, ਮੇਰਾ ਅੱਜ ਵੀ ਇਹੀ ਮੰਨਣਾ ਹੈ ਕਿ ਛੇਤੀ ਕੀਤਿਆਂ ਇਹ ਸਮੱਸਿਆ ਹੱਲ ਨਹੀਂ ਹੋਏਗੀ, ਇੱਥੇ ਗਰਾਰੀ ਫਸਣੀ। ਦੂਜਾ ਇਹ ਹੈ ਕਿ ਭੇੜ, ਸ਼ਾਇਦ ਅੱਜ ਆਪਾਂ ਕਹਿੰਦੇ ਕਿ ਬਹੁਤ ਵੱਡਾ ਭੇੜ ਹੋਇਆ, ਹੋ ਸਕਦਾ ਕੱਲ ਤੁਹਾਨੂੰ ਇਸ ਤੋਂ ਵੀ ਵੱਡਾ ਭੇੜ ਦੇਖਣ ਨੂੰ। ਇਹ ਭੇੜ ਹੋਏਗਾ ਹੀ ਹੋਏਗਾ, ਕਿਉਂਕਿ ਕਿਸੇ ਵੀ ਸੂਰਤ ਦੇ ਵਿੱਚ ਦੇਖੋ ਨਰਿੰਦਰ ਮੋਦੀ ਹੋਰਾਂ ਮਸਾ ਤਾਂ ਇੰਡੀਆ ਗੱਠਜੋੜ ਉਹਦੇ ਗੇਰ ਕੱਢੇ ਆ ਜੀ। ਬਿਲਕੁਲ, ਉਹਨਾਂ ਨੂੰ ਪਤਾ ਕਿ ਜੇ ਇਹ ਆ ਕੇ ਉੱਥੇ ਸਾਡੇ ਬਹਿ ਗਏ ਵਿਹੜੇ ਦੇ ਵਿੱਚ, ਕਹਾਣੀ ਤਾਂ ਉੱਥੇ ਦੀ ਉੱਥੇ ਉੱਡ ਰਹਿਣੀ ਆ ਨਾ। ਕਿਉਂਕਿ ਕਿਸਾਨ ਇੱਕ ਐਸਾ ਕਹਿ ਲਓ ਕਿ ਮੰਚ ਹੈ ਜਿੱਥੇ ਵਿਰੋਧੀ ਇਕੱਠੇ ਹੋ ਸਕਦੇ ਆ, ਜਾਂ ਇੱਕ ਐਸਾ ਮੁੱਦਾ ਹੈ ਜਿਹਦੇ ਵਿੱਚ ਹੋਰ ਮੁੱਦੇ ਆ ਕੇ ਰਲ ਸਕਦੇ ਆ। ਨਰਿੰਦਰ ਮੋਦੀ ਇਸ ਵੇਲੇ ਇੱਕ ਡਰਿਆ ਹੋਇਆ ਸਿਆਸਤਦਾਨ ਆ ਜੀ। ਉਹਨੂੰ ਡਰ ਆ ਕਿ ਜੇ ਮੇਰੀ ਸੱਤਾ ਗਵਾਚ ਗਈ, ਰਾਫੇਲ ਵਾਲੀ ਫਾਈਲ ਖੁੱਲ ਜਾਣੀ, ਹੋਰ ਪਤਾ ਨਹੀਂ ਕਿੰਨੇ ਕੁ ਪੇਟੀਐਮ ਸ਼ੇਟੀਐਮ, ਪਤਾ ਨਹੀਂ ਕਿੰਨਾ ਕੁ ਜੁਗਾੜ ਖੁੱਲ ਜਾਏਗਾ। ਸਭ ਤੋਂ ਵੱਡੀ ਗੱਲ ਇਹ ਹੈ ਕਿ ਨਰਿੰਦਰ ਮੋਦੀ ਨੂੰ ਪਤਾ ਕਿ ਜੇ ਮੈਂ 5 ਸਾਲ ਹੋਰ ਕੱਢ ਲੈਣਾ ਤਾਂ ਬਹੁਤ ਕੁਝ ਮੈਂ ਬਦਲ ਦਊਂਗਾ, ਬਦਲ ਕੇ ਰੱਖ ਦਊਂਗਾ, ਫਿਰ ਇਹਨਾਂ ਨੂੰ ਉੱਠਣ ਜੋਗਾ ਹੀ ਨਹੀਂ ਛੱਡਦਾ ਜੀ। ਉਹ ਇਸ ਕਰਕੇ ਮੈਂ ਜਿਵੇਂ ਕਿਹਾ ਕਿ ਇਹ ਨਰਿੰਦਰ ਮੋਦੀ ਹੋਰਾਂ ਦੇ ਪ੍ਰਬੰਧ ਹੈ, ਨਾ ਕਿ ਖੱਟਰ ਹੋਰਾਂ ਦੇ ਪ੍ਰਬੰਧ, ਕਿਉਂਕਿ ਅਸੀਂ ਵੀ ਇੱਕ ਜ਼ਿੰਦਗੀ ਦਾ ਇੱਕ ਹਿੱਸਾ ਧਰਨੇ ਮੁਜ਼ਾਹਰਿਆਂ ਨੂੰ ਵੇਖਦੇ ਆ, ਕਵਰ ਕਰਦੇ ਹੀ ਗੁਜ਼ਾਰਿਆ ਜੀ। ਸੋ ਇਹ ਸਾਰਾ ਕੁਝ ਹੈ ਜਿਹੜਾ ਨਜ਼ਰ ਆਉਂਦਾ, ਸਪਸ਼ਟ ਨਜ਼ਰ ਆਉਂਦਾ। ਤੇ ਦੂਜੀ ਗੱਲ ਹੈ ਕਿ ਖਿੱਚ ਵੀ ਨਜ਼ਰ ਆਉਂਦੀ ਹੈ ਕਿ ਇਹਨਾਂ ਨੂੰ ਸਬਕ ਸਿਖਾਓ। ਇਹ ਉੱਠ ਕੇ ਆ ਜਾਂਦੇ ਆ, ਇਹਨਾਂ ਨੂੰ ਸਬਕ ਸਿਖਾਓ। ਅੱਜ ਜਿਸ ਤਰ੍ਹਾਂ ਰਬੜ ਦੀਆਂ ਗੋਲੀਆਂ ਸ਼ੁਰੂਆਤੀ ਦੌਰ 'ਚ ਵੱਜੀਆਂ, ਸ਼ੈਲ ਸੁੱਟੇ ਗਏ, ਲਾਠੀ ਚਾਰਜ ਕੀਤਾ ਗਿਆ, ਜਿਸ ਤਰ੍ਹਾਂ ਨੀਮ ਫੌਜੀ ਦਸਤੇ ਵਰ ਰਹੇ ਸਨ, ਉਹ ਸਾਫ਼ ਸੀ ਕਿਤੇ ਨਾ ਕਿਤੇ ਖਿੱਚ ਵੀ ਨਾਲ ਦਿਖਾਈ ਦੇ ਰਹੀ ਸੀ। ਤਾਂ ਖੈਰ ਹੁਣ ਇੱਕ ਵਾਰੀ ਕਹਿ ਲਓ ਕਿ ਦੋਵਾਂ ਪਾਸਿਆਂ ਦੀਆਂ ਫੌਜਾਂ ਜਿਹੜੀਆਂ ਉਹ ਹੁਣ ਆਰਾਮ ਫਰਮਾਉਣਗੀਆਂ, ਖਾਣਾ ਖੂਣਾ ਖਾਣਗੀਆਂ, ਤੇ ਸਵੇਰੇ ਉੱਠਦਿਆਂ ਸਾਰ ਫਿਰ ਆਮੋ ਸਾਹਮਣੇ ਹੋ ਜਾਣਗੇ। ਵੈਸੇ ਹੁਣ ਇਕੱਠੇ ਖਲੋਤੇ ਵੀ ਆ, ਇਹ ਨੇੜੇ ਖਨੌਰੀ ਬਾਰਡਰ ਤੇ ਮੈਂ ਵੇਖਣ ਡਿਆ, ਟੈਲੀਵਿਜ਼ਨ ਚੈਨਲ ਵਿਖਾ ਰਿਹਾ ਸੀਗਾ ਕਿ
ਪੁਲਿਸ ਵਾਲੇ, ਨੀਮ ਫੌਜੀ ਦਸਤੇ ਤੇ ਕਿਸਾਨ ਆਪਸ ਚ ਗੱਲਾਂ ਕਰਨ ਡਏ ਆ। ਹੂੰ। ਪਰ ਸਵੇਰ ਹੁੰਦਿਆਂ ਹੀ ਫਿਰ ਫੌਜਾਂ ਜਿਹੜੀਆਂ ਨੇ ਉਹ ਆਪੋ ਆਪਣੇ ਪਾਲੇ 'ਚ ਚਲੇ ਜਾਣ। ਉਦੋਂ ਬਾਅਦ ਫਿਰ ਭੇਡ ਸ਼ੁਰੂ ਹੋ ਜਾਏਗਾ। ਤਾਂ ਇਹ ਵੇਖੋ ਹੁਣ ਕੀ ਬਣਦਾ, ਕਿੰਨੀ ਕੁ ਬੈਰੀਕੇਡਿੰਗ ਕਿੰਨੀ ਕੁ ਦੇਰ ਤੱਕ ਰੁਕੇਗੀ। ਵੈਸੇ ਸੀਮੈਂਟਡ ਜਿਹੜੀਆਂ ਸਲੈਬਾਂ ਹੁੰਦੀਆਂ ਨੇ ਇਹ ਤੇ ਹੁਣ ਜਾਂਚ ਲਈਆਂ, ਅੱਜ 1-2 ਬੈਰੀਕੇਡ ਤੋੜੇ ਵੀ ਆ। ਤਾਂ ਮੇਰਾ ਤਾਂ ਮੰਨਣਾ ਇਹ ਆ ਕਿ ਇਹਦੇ ਵਿੱਚ ਕੋਈ ਜਿੱਤ ਖੱਟਰ ਸਰਕਾਰ ਦੀ ਮੈਨੂੰ ਨਹੀਂ ਦਿਖਾਈ ਦਿੱਤੀ, ਮਾਫ ਕਰਨਾ। ਇਹਦੇ ਵਿੱਚ ਉਹੀ ਲੋਕ ਜਿਹੜੇ ਆਪਦੇ ਤਨ ਤੇ ਸਾਰਾ ਕੁਝ ਚੱਲਦੇ ਰਹੇ ਆ ਤੇ ਜਿਹੜੇ ਹਾਲੇ ਵੀ ਹੁਣ ਇਸ ਠੰਡੀ ਰਾਤ ਦੇ ਵਿੱਚ ਵੀ ਇੱਕ ਅਣਜਾਣ ਇਲਾਕੇ 'ਚ ਕਹਿ ਲਓ ਕਿ ਇਹ ਰੜੇ 'ਚ ਸੜਕ ਤੇ ਆ ਕੇ ਫੇਰ ਬਹਿ ਗਏ ਆ ਕਿ ਕੋਈ ਨਾ ਸਵੇਰੇ ਫਿਰ 2-2 ਹੱਥ ਕਰਦੇ ਆ। ਤਾਂ ਮੇਰੇ ਖਿਆਲ ਦੇ ਨਾਲ ਤੇ ਜਿੱਤ ਉਹਨਾਂ ਦੀ ਹਾਲ ਦੀ